ਹੈਲੋ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਹੈ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ। ਇੱਕ ਪੋਇਮ ਹੈ ਰਵਿੰਦਰਨਾਥ ਟੈਗੋਰ ਦੁਆਰਾ ਲਿਖੀ ਹੋਈ ਹੈ। ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ, ਅ ਪੋਇਮ ਬਾਏ ਰਵਿੰਦਰਨਾਥ ਟੈਗੋਰ। ਸਭ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਕਿ ਇਸ ਪੋਇਮ 'ਚੋਂ ਕਿਸ ਕਿਸ ਤਰ੍ਹਾਂ ਦੇ ਕੁਐਸਚਨ ਆਪਾਂ ਨੂੰ ਐਗਜ਼ਾਮ ਦੇ ਵਿੱਚ ਆ ਸਕਦੇ ਨੇ। ਜਨਰਲੀ ਦੋ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ, ਜਾਂ ਤਾਂ ਉਹ ਸ਼ਾਰਟ ਕੁਐਸਚਨ ਹੁੰਦੇ ਨੇ ਅਤੇ ਜਾਂ ਉਹ ਲੌਂਗ ਕੁਐਸਚਨ ਹੁੰਦੇ ਨੇ। ਹੁਣ ਸ਼ਾਰਟ ਕੁਐਸਚਨ ਹੈ ਜਿਹੜੇ, ਉਹਨਾਂ 'ਚ ਅੱਗੇ ਦੋ ਤਰੀਕੇ ਦੇ ਕੁਐਸਚਨ ਆ ਸਕਦੇ ਨੇ। ਪਹਿਲਾ ਇਹ ਵਰਡ ਮੀਨਿੰਗਸ ਫਰੋਮ ਦਾ ਪੋਇਮ, ਯਾਨੀ ਕਿ ਸ਼ਬਦਾਂ ਦੇ ਅਰਥ ਪੋਇਮ ਦੇ ਵਿੱਚੋਂ। ਇਸ ਵਿੱਚ ਕੀ ਹੁੰਦਾ ਹੈ ਕਿ ਪੋਇਮ 'ਚੋਂ ਕੋਈ ਇੱਕ ਦੋ ਵਰਡਸ ਤੁਹਾਨੂੰ ਦਿੱਤੇ ਜਾਂਦੇ ਨੇ ਅਤੇ ਉਹਨਾਂ ਦੇ ਮੀਨਿੰਗ ਤੁਸੀਂ ਜਾਂ ਤਾਂ ਪੰਜਾਬੀ ਵਿੱਚ ਦੇਣੇ ਹੁੰਦੇ ਨੇ ਜਾਂ ਹਿੰਦੀ ਦੇ ਵਿੱਚ ਦੇਣੇ ਹੁੰਦੇ ਨੇ। ਦੋਨਾਂ 'ਚੋਂ ਕਿਸੇ ਵੀ ਭਾਸ਼ਾ 'ਚ ਤੁਸੀਂ ਮੀਨਿੰਗ ਦੇ ਸਕਦੇ ਹੋ। ਅਤੇ ਇਹ ਹਾਲੇ ਤੱਕ ਜਿਹੜੇ ਪੇਪਰ ਆਏ ਨੇ, ਟੋਟਲ 5 ਵਰਡਸ ਆਉਂਦੇ ਨੇ ਪੇਪਰ ਦੇ ਵਿੱਚ, ਉਹਨਾਂ ਦੇ ਤੁਸੀਂ ਮੀਨਿੰਗ ਦੇਣੇ ਹੁੰਦੇ ਨੇ। ਜਿਵੇਂ ਕਿ ਅਲੱਗ-ਅਲੱਗ ਪੋਇਮਸ, ਜਿਵੇਂ ਕਿ ਤੁਹਾਨੂੰ ਸਿਲੇਬਸ ਦੇ ਵਿੱਚ 3 ਪੋਇਮਸ ਨੇ ਅਤੇ 3 ਸਟੋਰੀਜ਼ ਨੇ, ਉਹਨਾਂ 6 ਚੈਪਟਰ ਦੇ ਵਿੱਚੋਂ ਤੁਹਾਨੂੰ 5 ਵਰਡਸ ਆਉਣਗੇ ਅਤੇ ਉਹਨਾਂ ਦੇ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਮੀਨਿੰਗ ਦੇਣੇ ਹੋਣਗੇ ਅਤੇ ਇੱਕ ਮੀਨਿੰਗ ਦਾ 1 ਨੰਬਰ ਹੁੰਦਾ ਹੈ ਜਨਰਲੀ। ਅਤੇ ਦੂਸਰੀ ਟਾਈਪ ਦਾ ਸ਼ਾਰਟ ਕੁਐਸਚਨ ਜਿਹੜਾ ਆਉਂਦਾ ਹੈ ਉਹ ਹੈ ਮਲਟੀਪਲ ਚੁਆਇਸ ਕੁਐਸਚਨ। ਤੁਹਾਡੇ 'ਚੋਂ ਕੁਝ ਜਾਣੇ ਜਾਣਦੇ ਹੋਣਗੇ ਕਿ ਮਲਟੀਪਲ ਚੁਆਇਸ ਕੁਐਸਚਨ ਕੀ ਹੁੰਦੇ ਨੇ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਤੁਹਾਨੂੰ ਹਾਲੇ ਤੱਕ ਜੋ ਐਗਜ਼ਾਮ ਆ ਰਹੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਹੁੰਦਾ ਹੈ ਉਸ ਵਿੱਚ 10 ਮਲਟੀਪਲ ਚੁਆਇਸ ਕੁਐਸਚਨ ਹੁੰਦੇ ਨੇ। ਤੁਹਾਨੂੰ ਇੱਕ ਕੁਐਸਚਨ ਦੇ ਦਿੱਤਾ ਜਾਂਦਾ ਹੈ ਅਤੇ ਉਸ ਦੀਆਂ ਅੱਗੇ ਜਨਰਲੀ 4 ਆਪਸ਼ਨਾਂ ਹੁੰਦੀਆਂ ਨੇ ਅਤੇ ਉਹਨਾਂ 'ਚੋਂ ਸਿਰਫ ਇੱਕ ਸਹੀ ਹੁੰਦੀ ਹੈ ਅਤੇ ਤੁਸੀਂ ਉਹ ਸਹੀ ਉੱਤਰ ਦੇ ਕੇ ਨੰਬਰ ਹਾਸਲ ਕਰ ਸਕਦੇ ਹੋ। ਆਮ ਤੌਰ 'ਤੇ ਇੱਕ ਮਲਟੀਪਲ ਚੁਆਇਸ ਕੁਐਸਚਨ 1 ਨੰਬਰ ਦਾ ਹੁੰਦਾ ਹੈ। ਤੁਹਾਡੀ ਸਹੂਲਤ ਵਾਸਤੇ ਇੱਕ ਮਲਟੀਪਲ ਚੁਆਇਸ ਕੁਐਸਚਨ ਮੈਂ ਸੈਂਪਲ ਦੇ ਤੌਰ 'ਤੇ ਬਣਾਇਆ ਹੈ। ਸੈਂਪਲ ਮਲਟੀਪਲ ਚੁਆਇਸ ਕੁਐਸਚਨ ਜਿਵੇਂ ਇਹ ਹੈ, ਦ ਪੋਇਮ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ ਇਜ਼ ਰਿਟਨ ਬਾਏ। ਵੈਸੇ ਮੈਂ ਪਹਿਲਾਂ ਦੱਸ ਚੁੱਕਿਆ ਸਭ ਤੋਂ ਪਹਿਲੀ ਸਲਾਈਡ 'ਚ ਕਿਸ ਨੇ ਇਹ ਪੋਇਮ ਲਿਖੀ ਹੈ। ਤਾਂ ਤੁਹਾਡੇ ਕੋਲ ਆਪਸ਼ਨ ਨੇ 4, ਜਿਵੇਂ ਏ ਜੌਨ ਕੀਟਸ, ਬੀ ਵਿਲੀਅਮ ਸ਼ੇਕਸਪੀਅਰ, ਸੀ ਸਰੋਜਨੀ ਨਾਇਡੂ, ਡੀ ਰਵਿੰਦਰਨਾਥ ਟੈਗੋਰ। ਹੁਣ ਜਿਸ ਨੇ ਇਹ ਪੋਇਮ ਪੜ੍ਹੀ ਹੋਊ ਉਸ ਨੂੰ ਇਹ ਪਤਾ ਹੋਣਾ ਕਿ ਇਹ ਪੋਇਮ ਲਿਖੀ ਹੈ ਰਵਿੰਦਰਨਾਥ ਟੈਗੋਰ ਨੇ। ਸੋ ਆਨਸਰ ਕੀ ਹੈ ਇਸਦਾ? ਡੀ ਰਵਿੰਦਰਨਾਥ ਟੈਗੋਰ। ਸੋ ਇਹ 2 ਤਰ੍ਹਾਂ ਦੇ ਛੋਟੇ ਕੁਐਸਚਨ ਹੋ ਗਏ ਅਤੇ ਇਸ ਤੋਂ ਬਿਨਾਂ ਤੁਹਾਨੂੰ ਕੁਐਸਚਨ ਆ ਸਕਦਾ ਹੈ ਲੌਂਗ ਕੁਐਸਚਨ। ਲੌਂਗ ਕੁਐਸਚਨ ਦੇ ਮਾਰਕਸ ਵੈਸੇ ਵੇਰੀ ਕਰਦੇ ਨੇ, 5 ਨੰਬਰ ਤੋਂ ਲੈ ਕੇ 10 ਨੰਬਰ ਤੱਕ ਦਾ ਹੋ ਸਕਦਾ ਹੈ। ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਉਹ ਅਲੱਗ-ਅਲੱਗ ਵੇਟੇਜ ਦੇ ਨਾਲ ਆਉਂਦਾ ਹੈ। ਲੌਂਗ ਕੁਐਸਚਨ ਦੇ ਵਿੱਚ ਕੀ ਹੁੰਦਾ ਹੈ, ਜਾਂ ਤਾਂ ਉਹ ਤੁਹਾਨੂੰ ਪੋਇਮ ਜਾਂ ਸਟੋਰੀ ਜੋ ਵੀ ਆ ਤੁਹਾਡੇ 6 ਚੈਪਟਰ ਦੇ ਵਿੱਚ ਉਸ ਦਾ ਥੀਮ ਪੁੱਛ ਸਕਦੇ ਨੇ, ਜਾਂ ਉਸ ਦੀ ਸਮਰੀ ਪੁੱਛ ਸਕਦੇ ਨੇ, ਜਾਂ ਕਰੈਕਟਰ ਸਕੈਚ ਪੁੱਛ ਸਕਦੇ ਨੇ। ਇਸ ਤਰ੍ਹਾਂ ਜੋ ਵੀ ਕੁਐਸਚਨ ਉਸ ਦਾ ਲੌਂਗ ਬਣ ਸਕਦਾ ਹੈ ਉਹ ਪੁੱਛਿਆ ਜਾ ਸਕਦਾ ਹੈ। ਤਾਂ ਲੌਂਗ ਕੁਐਸਚਨ ਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਹੈ,
ਤੁਸੀਂ ਸਿੱਧਾ ਇੱਕ ਸਟੋਰੀ ਨੂੰ ਸ਼ੁਰੂ ਨਹੀਂ ਕਰ ਸਕਦੇ ਜਾਂ ਸਿੱਧਾ ਇੱਕ ਪੋਇਮ ਨੂੰ ਸ਼ੁਰੂ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਤੁਹਾਨੂੰ ਉਸ ਦੇ ਬਾਰੇ ਕੁਛ ਨਾ ਕੁਛ ਦੱਸਣਾ ਪਵੇਗਾ। ਜਿਵੇਂ ਮੈਂ ਇੱਥੇ ਲਿਖਿਆ ਹੈ, ਸਟਾਰਟ ਵਿਦ ਐਨ ਇੰਟਰੋਡਕਸ਼ਨ ਟੂ ਦਾ ਆਥਰ ਐਂਡ ਟੂ ਦਾ ਪੋਇਮ। ਜਾਣੀ ਕਿ ਤੁਸੀਂ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਲੇਖਕ ਦੇ ਬਾਰੇ ਦੇਣੀ ਹੈ ਅਤੇ ਥੋੜ੍ਹੀ ਜਿਹੀ ਇੰਟਰੋਡਕਸ਼ਨ ਪੋਇਮ ਦੇ ਬਾਰੇ ਦੇਣੀ ਹੈ। ਇਹ ਇੰਟਰੋਡਕਸ਼ਨ ਵੇਰੀ ਕਰ ਸਕਦੀ ਹੈ 1 ਲਾਈਨ ਤੋਂ ਲੈ ਕੇ 4-5 ਲਾਈਨਾਂ ਤੱਕ। ਬਹੁਤ ਵੱਡੀ ਇੰਟਰੋਡਕਸ਼ਨ ਵੀ ਨਹੀਂ ਦੇਣੀ ਹੁੰਦੀ। ਜਿਵੇਂ ਆਥਰ ਬਾਰੇ 1 ਲਾਈਨ ਲਿਖਤੀ ਤੁਸੀਂ, ਜੇ ਜ਼ਿਆਦਾ ਹੁੰਦੀਆਂ ਤਾਂ ਜ਼ਿਆਦਾ ਵੀ ਲਿਖ ਸਕਦੇ ਹੋ, ਅਤੇ ਪੋਇਮ ਬਾਰੇ 1-2 ਲਾਈਨਾਂ ਲਿਖ ਦਿੱਤੀਆਂ। ਉਸ ਤੋਂ ਬਾਅਦ ਤੁਸੀਂ ਆਪਦਾ ਆਨਸਰ, ਜੇ ਮੰਨ ਲਓ ਤੁਹਾਨੂੰ ਇਸ ਪੋਇਮ ਦਾ ਥੀਮ ਆਇਆ ਹੈ ਤਾਂ ਉਹ ਸ਼ੁਰੂ ਕਰ ਸਕਦੇ ਹੋ। ਤਾਂ ਇੰਟਰੋਡਕਸ਼ਨ ਦੇ ਤੌਰ 'ਤੇ ਆਪਾਂ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਰਵਿੰਦਰ ਨਾਥ ਟੈਗੋਰ, ਜਾਣੀ ਕਿ ਇਸ ਪੋਇਮ ਦਾ ਆਥਰ ਜਾਂ ਕਹਿ ਲਓ ਪੋਇਟ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਲੈ ਲਈਏ। ਵੈਸੇ ਤਾਂ ਰਵਿੰਦਰ ਨਾਥ ਟੈਗੋਰ ਦਾ ਨਾਮ ਸਭ ਨੇ ਸੁਣਿਆ ਹੁੰਦਾ ਹੈ, ਫਿਰ ਵੀ ਇੱਥੇ ਮੈਂ ਦੱਸ ਦਿਆਂ ਕਿ ਰਵਿੰਦਰ ਨਾਥ ਟੈਗੋਰ ਜੀ ਨੇ ਆਪਣਾ ਨੈਸ਼ਨਲ ਐਂਥਮ, ਰਾਸ਼ਟਰੀ ਗਾਨ ਜਨ ਗਣ ਮਨ ਲਿਖਿਆ ਸੀ। ਰੋਟ ਨੈਸ਼ਨਲ ਐਂਥਮ ਆਫ ਇੰਡੀਆ ਜਨ ਗਣ ਮਨ। ਓਰੀਜਨਲੀ ਰੋਟ ਇਨ ਬੰਗਾਲੀ। ਟੈਗੋਰ ਆਪਣੀਆਂ ਪੋਇਮਸ, ਸਟੋਰੀਜ਼ ਜਾਂ ਨਾਵਲ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਬੰਗਾਲੀ ਦੇ ਵਿੱਚ ਲਿਖਦੇ ਸੀਗੇ। ਉਸ ਤੋਂ ਬਾਅਦ ਉਹ ਆਮ ਤੌਰ 'ਤੇ ਖੁਦ ਹੀ ਉਸ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਦੇ ਸੀ, ਅਨੁਵਾਦ ਕਰਦੇ ਸੀ। ਗੇਵ ਦਾ ਟਾਈਟਲ ਮਹਾਤਮਾ ਟੂ ਮੋਹਨਦਾਸ ਗਾਂਧੀ। ਮਹਾਤਮਾ ਗਾਂਧੀ ਦਾ ਨਾਮ ਵੀ ਸਭ ਨੇ ਸੁਣਿਆ ਹੁੰਦਾ ਹੈ। ਮਹਾਤਮਾ ਗਾਂਧੀ ਨੂੰ ਮਹਾਤਮਾ ਦਾ ਖਿਤਾਬ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਜੀ ਨੇ ਦਿੱਤਾ ਸੀ। ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਆਥਰ ਦੀ ਇੰਟਰੋਡਕਸ਼ਨ ਦੇ ਵਿੱਚ ਲਿਖ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਸਾਰੀਆਂ ਚੀਜ਼ਾਂ ਹੀ ਲਿਖਣੀਆਂ। ਜੇ ਤੁਸੀਂ ਭੁੱਲ ਜਾਂਦੇ ਹੋ ਤਾਂ 1-2 ਲਾਈਨਾਂ ਦਾ ਘੱਟੋ ਘੱਟ ਜ਼ਰੂਰ ਲਿਖੋ, ਕਿਉਂਕਿ ਰਵਿੰਦਰ ਨਾਥ ਟੈਗੋਰ ਬਹੁਤ ਹੀ ਫੇਮਸ ਪਰਸਨ ਸੀਗੇ। ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਵੱਡੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ, ਜਿਵੇਂ ਕਿ ਸਭ ਤੋਂ ਵੱਡੀ ਉਹਨਾਂ ਦੀ ਪ੍ਰਾਪਤੀ ਹੈ was awarded the Nobel Prize for Literature in 1913। ਉਹਨਾਂ ਨੂੰ 1913 ਦੇ ਵਿੱਚ ਸਾਹਿਤ ਦੇ ਖੇਤਰ ਦੇ ਵਿੱਚ, ਲਿਟਰੇਚਰ ਦੇ ਖੇਤਰ ਦੇ ਵਿੱਚ ਨੋਬੈਲ ਪ੍ਰਾਈਜ਼ ਦਿੱਤਾ ਗਿਆ। ਤੁਸੀਂ ਸਭ ਜਾਣਦੇ ਹੀ ਹੋਵੋਗੇ ਕਿ ਦੁਨੀਆ ਦਾ ਜੇ ਸਭ ਤੋਂ ਵੱਡਾ ਇਨਾਮ ਕਹਿ ਲਿਆ ਜਾਵੇ ਨੋਬੈਲ ਪ੍ਰਾਈਜ਼ ਨੂੰ, ਤਾਂ ਇਹ ਗਲਤ ਨਹੀਂ ਹੋਵੇਗਾ। ਤਾਂ ਇਹ ਆਪਣੇ ਦੇਸ਼ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਵਿੰਦਰ ਨਾਥ ਟੈਗੋਰ ਜੀ ਨੂੰ ਸਾਹਿਤ ਦੇ ਖੇਤਰ ਦੇ ਵਿੱਚ ਨੋਬੈਲ ਪ੍ਰਾਈਜ਼ ਮਿਲਿਆ ਸੀ। ਕਿਹੜੇ ਸਾਲ ਮਿਲਿਆ ਸੀ? 1913 ਦੇ ਵਿੱਚ। The only Nobel laureate from India in literature। ਅਤੇ ਉਹ ਇੱਕੋ ਇੱਕ ਸ਼ਖਸ ਨੇ ਜਿਨ੍ਹਾਂ ਨੂੰ ਸਾਹਿਤ ਦੇ ਖੇਤਰ ਦੇ ਵਿੱਚ ਨੋਬੈਲ ਪ੍ਰਾਈਜ਼ ਮਿਲਿਆ, ਜੋ ਕਿ ਭਾਰਤੀ ਸਨ। ਮਤਲਬ ਕਿ ਭਾਰਤ ਦੇ ਕਿਸੇ ਹੋਰ ਸਾਹਿਤਕਾਰ ਨੂੰ ਹਾਲੇ ਤੱਕ ਨੋਬੈਲ ਪ੍ਰਾਈਜ਼ ਨਹੀਂ ਮਿਲਿਆ। ਤਾਂ ਜਾਣੀ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਜੇ ਆਪਾਂ ਉਹਨਾਂ ਨੂੰ ਕਹਿ ਲਈਏ ਕਿ ਭਾਰਤ ਦੇ ਸਭ ਤੋਂ ਵੱਡੇ ਸਾਹਿਤਕਾਰ ਸੀ, ਤਾਂ ਇਹ ਵੀ ਗਲਤ ਨਹੀਂ ਹੋਵੇਗਾ। ਅਤੇ ਜੇ ਇਹ ਪੁੱਛਿਆ ਜਾਵੇ ਕਿ ਉਹਨਾਂ ਨੂੰ ਇਹ ਨੋਬੈਲ ਪ੍ਰਾਈਜ਼ ਕਿਸ ਲਈ ਮਿਲਿਆ ਸੀ, ਤਾਂ ਉਹਨਾਂ ਦੀ ਕਿਤਾਬ ਸੀ ਗੀਤਾਂਜਲੀ, ਜੋ ਕਿ ਇੱਕ ਕਾਵਿ ਸੰਗ੍ਰਹਿ ਸੀ। ਕਾਵਿ ਸੰਗ੍ਰਹਿ ਤੋਂ ਤੁਸੀਂ ਸਮਝ ਸਕਦੇ ਹੋ ਕਿ ਕਵਿਤਾਵਾਂ ਦਾ ਸੰਗ੍ਰਹਿ। ਬਹੁਤ ਸਾਰੀਆਂ ਕਵਿਤਾਵਾਂ ਲਿਖ ਕੇ ਇੱਕ ਕਿਤਾਬ ਦੇ ਵਿੱਚ ਇਕੱਠੀਆਂ ਕੀਤੀਆਂ ਗਈਆਂ। ਉਸ ਕਿਤਾਬ ਦਾ ਨਾਮ ਸੀ ਗੀਤਾਂਜਲੀ। ਅਤੇ ਜਾਣੀ ਕਿ ਟੈਗੋਰ ਸਾਹਿਬ ਨੂੰ
ਗੀਤਾਂਜਲੀ ਲਈ ਨੋਬੈਲ ਪ੍ਰਾਈਜ਼ ਮਿਲਿਆ ਸੀ। Where the mind is without fear is 35th poem in ਗੀਤਾਂਜਲੀ। ਤਾਂ ਇਹੀ ਕਿਤਾਬ ਜਿਸ ਨੂੰ ਕਿ ਨੋਬੈਲ ਪ੍ਰਾਈਜ਼ ਮਿਲਿਆ ਸੀ ਉਸ ਦੀ 35ਵੀਂ ਕਵਿਤਾ ਹੈ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਜਿਹੜੀ ਕਿ ਆਪਾਂ ਅੱਜ ਕਰਨ ਜਾ ਰਹੇ ਹਾਂ, ਜਿਸ ਦਾ ਕਿ ਆਪਾਂ ਪੰਜਾਬੀ 'ਚ ਅਨੁਵਾਦ ਕਰਾਂਗੇ, ਉਸ ਦਾ ਪੈਰਾਫਰੇਜ਼ ਕਰਾਂਗੇ। Where the mind is without fear, the text ਦਾ ਮਤਲਬ ਹੁੰਦਾ ਹੈ ਕਿ ਉਸ ਕਵਿਤਾ ਜਾਂ ਕਹਾਣੀ ਜਿਸ ਦੀ ਵੀ ਗੱਲ ਹੋ ਰਹੀ ਹੈ ਉਸ ਦਾ ਪੂਰਾ ਉਹ ਪੂਰਨ ਰੂਪ ਦੇ ਵਿੱਚ ਐਕਸਪਲੇਨ ਕੀਤੀ ਗਈ ਹੋਵੇ। ਜਿਵੇਂ ਕਿ ਤੁਸੀਂ ਹਾਲੇ ਤੱਕ ਦੇਖਿਆ ਹੋਣਾ ਗਾਈਡ ਦੇ ਵਿੱਚ ਸਮਰੀਜ਼ ਹੁੰਦੀਆਂ, ਥੀਮਸ ਹੁੰਦੇ ਆ, ਤਾਂ ਉਹਨਾਂ ਨੂੰ ਟੈਕਸਟ ਨਹੀਂ ਕਿਹਾ ਜਾ ਸਕਦਾ। ਪੂਰੇ ਰੂਪ ਦੇ ਵਿੱਚ ਇੱਕ ਕਵਿਤਾ ਜਾਂ ਪੂਰੇ ਰੂਪ ਦੇ ਵਿੱਚ ਇੱਕ ਸਟੋਰੀ ਜਾਂ ਪੂਰੇ ਰੂਪ ਦੇ ਵਿੱਚ ਇੱਕ ਨਾਵਲ ਨੂੰ ਟੈਕਸਟ ਕਿਹਾ ਜਾਂਦਾ ਹੈ। ਤਾਂ ਹੁਣ ਆਪਾਂ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ, ਜਿਹੜੀ ਕਿ ਇੱਕ ਕਵਿਤਾ ਹੈ ਰਵਿੰਦਰਨਾਥ ਟੈਗੋਰ ਦੀ, ਦਾ ਟੈਕਸਟ ਕਰਾਂਗੇ।